ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਮੈਂ ਫਤਿਹ। ਹਰਪ੍ਰੀਤ ਸਿੰਘ, ਚੜ੍ਹਦੀ ਕਲਾ ਸੇਵਾ ਟਰੱਸਟ ਤੋਂ। ਸਾਡੇ ਨਾਲ ਜੁੜ ਚੁੱਕੇ ਨੇ ਵੀਰ ਸੁਖਵਿੰਦਰ ਸਿੰਘ ਜੀ, ਦਸ਼ਮੇਸ਼ ਗੁਰਮਤਿ ਵਿਦਿਆਲਿਆ ਬਾਲਾ ਸਾਹਿਬ ਨਵੀਂ ਦਿੱਲੀ ਤੋਂ। ਵੀਰ ਜੀ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਆਪ ਜੀ ਨਾਲ ਜੋ ਸਾਡੀ ਰਹਿਤ ਮਰਿਆਦਾ ਦੇ ਉੱਪਰ ਲੜੀਵਾਰ ਸਵਾਲਾਂ ਜਵਾਬਾਂ ਦੀ ਲੜੀ ਚੱਲ ਰਹੀ ਹੈ, ਅੱਜ ਆਪ ਜੀ ਨਾਲ ਅਸੀਂ ਇੱਕ ਨਵਾਂ ਸਵਾਲ ਲੈ ਕੇ ਹਾਜ਼ਰ ਹੋਏ ਹਾਂ। ਸਾਡਾ ਸਵਾਲ ਇਹ ਹੈਗਾ ਵੀਰ ਜੀ ਕਿ ਜੋ ਕਥਾ ਹੈਗੀ ਹੈ, ਜੋ ਅਸੀਂ ਗੁਰਦੁਆਰੇ ਕੀਰਤਨ ਤੋਂ ਸਾਡਾ ਆਲਰੇਡੀ ਹੋ ਚੁੱਕਾ ਹੈ। ਹੁਣ ਅਸੀਂ ਅੱਜ ਕਥਾ ਦਾ ਟੌਪਿਕ ਲੈ ਕੇ ਆਏ ਹਾਂ। ਜੋ ਕਥਾ ਹੈਗੀ ਹੈ, ਇਹ ਕਿਸ ਦੀ ਰਚਨਾ ਦੀ ਹੋ ਸਕਦੀ ਹੈ? ਠੀਕ ਹੈ ਜੀ। ਹੋਰ ਕੋਈ ਤੁਹਾਡੇ ਇਹਦੇ ਸੰਬੰਧ ਵਿੱਚ ਤੁਸੀਂ ਸਵਾਲ ਕਰ ਸਕਦੇ ਹੋ, ਫਿਰ ਮੈਂ ਇਕੱਠਾ ਹੀ ਇਹਦਾ ਜਵਾਬ ਦੇ ਦਿਆਂਗਾ। ਵੀਰ ਜੀ, ਹੋਰ ਸਾਡਾ ਇੱਕ ਦੋ ਸਵਾਲ ਇਹਦੇ ਨਾਲ ਸੰਬੰਧਿਤ ਹੋਰ ਹੈਗੇ ਨੇ। ਉਹ ਇਹ ਹੈਗਾ ਕਿ ਜੋ ਕਥਾ ਕਰਨ ਤੇ ਮਤਲਬ ਸੁਣਨ ਦਾ ਜਿਹੜਾ ਮਨੋਰਥ ਹੈ ਉਹ ਕੀ ਹੈ, ਔਰ ਜੋ ਕਥਾ ਕਰਨ ਵਾਲਾ ਪ੍ਰਚਾਰਕ ਹੈ ਉਸ ਦਾ ਜੀਵਨ ਜੋ ਹੈ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਔਰ ਕੌਣ ਕੌਣ ਕਿਸ ਕਿਸ ਜਗ੍ਹਾ ਤੇ ਕਥਾ ਕਰ ਸਕਦਾ ਹੈ, ਔਰ ਜੋ ਕਥਾਵਾਚਕ ਹੈ ਇਹ ਕੋਈ ਗੁਰਮਤਿ ਦੀ ਵਿਦਿਆ ਪ੍ਰਾਪਤ ਕੀਤੀ ਹੋਏ ਸਿਰਫ ਉਹੀ ਕਰ ਸਕਦਾ ਹੈ, ਜਾਂ ਕਈ ਵਾਰੀ ਕਿਸੇ ਜੋ ਸ਼ਖਸ ਹੈਗਾ ਜਾਂ ਬੀਬੀ ਹੈ ਜਾਂ ਮਰਦ ਹੈ, ਇਹਨੂੰ ਅਗਰ ਇੱਕ ਅੱਛੀ ਜਾਣਕਾਰੀ ਹੈ ਗੁਰੂਆਂ ਦੇ ਬਾਰੇ, ਅੱਛਾ ਇਤਿਹਾਸ ਦਾ ਜਾਣੂ ਹੈ, ਤੇ ਕੀ ਉਹ ਵੀ ਕਥਾ ਕਰ ਸਕਦਾ ਹੈ, ਜਾਂ ਜਿਹਨੇ ਸਿਰਫ ਕੋਰਸ ਕੀਤਾ ਹੋਏ, ਡਿਗਰੀ ਲਈ ਹੋਏ, ਸਿਰਫ ਉਹੀ ਕਥਾ ਕਰ ਸਕਦਾ ਹੈ? ਠੀਕ ਹੈ ਜੀ। ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਜੋ ਰਹਿਤ ਮਰਿਆਦਾ ਦੇ ਵਿੱਚ ਅੱਜ ਦਾ ਚੈਪਟਰ ਹੈ ਗੁਰਬਾਣੀ ਦੀ ਕਥਾ, ਉਸ ਦੇ ਵਿੱਚ ਸਾਰੇ ਸਵਾਲਾਂ ਦੇ ਜਵਾਬ ਜਿਹੜਾ ਆ ਜਾਣਗੇ। ਗੁਰੂ ਪੰਥ ਨੇ ਸਭ ਤੋਂ ਪਹਿਲੀ ਗੱਲ ਇਸ ਹੈਡਿੰਗ ਹੇਠ ਲਿਖੀ ਹੈ ਕਿ ਸੰਗਤ ਵਿੱਚ ਗੁਰਬਾਣੀ ਦੀ ਕਥਾ ਸਿੱਖ ਹੀ ਕਰੇ। ਇਹਦੇ ਤੋਂ ਸਪਸ਼ਟ ਹੋ ਗਿਆ ਕਿ ਗੁਰੂ ਸਾਹਿਬਾਨ ਜੀ ਦੇ ਬਾਰੇ ਵਾਕਫੀਅਤ ਹੋਣੀ ਉਹ ਵੱਖਰੀ ਗੱਲ ਹੈ, ਪਰ ਆਪ ਗੁਰਸਿੱਖੀ ਜੀਵਨ ਦਾ ਧਾਰਨੀ ਹੋਣਾ ਇਹ ਬਹੁਤ ਜ਼ਰੂਰੀ ਗੱਲ ਹੈ। ਦੇਖੋ, ਸਟੱਡੀ ਤਾਂ ਕੋਈ ਵੀ ਕਰ ਸਕਦਾ ਹੈ ਕਿਸੇ ਧਰਮ ਬਾਰੇ। ਹੋ ਸਕਦਾ ਮੈਨੂੰ ਸਨਾਤਨ ਧਰਮ ਬਾਰੇ ਪਤਾ ਹੋਵੇ, ਜਾਂ ਮੁਸਲਮਾਨ ਧਰਮ ਬਾਰੇ, ਬੋਧੀ ਧਰਮ ਬਾਰੇ ਪਤਾ ਹੋਵੇਗਾ, ਤੇ ਪਰ ਮੇਰਾ ਆਪਣਾ ਜੀਵਨ ਜਿਹੜਾ ਹੈ ਉਹ ਗੁਰਸਿੱਖੀ ਰਹਿਣੀ ਬਹਿਣੀ ਦਾ ਧਾਰਨੀ ਹੋਣਾ ਬਹੁਤ ਜ਼ਰੂਰੀ ਹੈਗਾ। ਸੋ ਸਾਫ਼ ਲਿਖਿਆ ਹੋਇਆ ਕਿ ਗੁਰਬਾਣੀ ਦੀ ਕਥਾ ਸਿੱਖ ਹੀ ਕਰੇ। ਸਿੱਖ ਦੇ ਵਿੱਚ ਸਿੱਖ ਪੁਰਸ਼ ਵੀ ਹੋ ਸਕਦਾ ਹੈ, ਸਿੱਖ ਬੀਬੀ ਵੀ ਹੋ ਸਕਦੀ ਹੈ। ਜ਼ਰੂਰੀ ਨਹੀਂ ਹੈ ਕਿ ਪੁਰਸ਼ ਹੈ, ਠੀਕ ਹੈ। ਸਿੱਖ ਬੀਬੀ ਵੀ ਗੁਰਬਾਣੀ ਦੀ ਕਥਾ ਕਰ ਸਕਦੀ ਹੈ, ਪ੍ਰਚਾਰਕ, ਜੇ ਉਹ ਅੰਮ੍ਰਿਤਧਾਰੀ ਹੈਗੀ ਹੈ ਤੇ ਉਸ ਨੇ ਕਿਸੇ ਯੋਗ ਟਕਸਾਲ ਤੋਂ, ਕਿਸੇ ਯੋਗ ਗੁਰਮਤਿ ਕਾਲਜ ਤੋਂ ਚੰਗੇ ਤਰੀਕੇ ਨਾਲ ਵਿਦਿਆ ਪ੍ਰਾਪਤ ਕੀਤੀ ਹੋਵੇ। ਕਿਉਂਕਿ ਗੁਰਬਾਣੀ ਦੇ ਵਿੱਚ ਲਗਾ ਮਾਤਰਾ ਦਾ ਵਿਸ਼ੇਸ਼ ਧਿਆਨ ਰੱਖਣਾ ਤੇ ਗੁਰਬਾਣੀ ਤੇ ਗੁਰ ਇਤਿਹਾਸ ਨੂੰ ਸੰਗਤ ਨੂੰ ਸੁਣਾਉਣ ਲੱਗਿਆ ਇਹ ਧਿਆਨ ਰਹੇ ਕਿ ਕਥਾ ਦਾ ਮਨੋਰਥ ਗੁਰਮਤਿ ਦ੍ਰਿੜ ਕਰਾਉਣਾ ਹੋਵੇ। ਇਹ ਨਾ ਹੋਵੇ ਮਨੋਕਲਪਿਤ ਸਾਖੀਆਂ ਸੁਣਾਈ ਜਾਏ। ਜਦੋਂ ਕਿਸੇ ਖਾਸ ਵਿਅਕਤੀ ਨੇ ਡਿਪਲੋਮਾ ਕੀਤਾ ਹੁੰਦਾ ਹੈ ਜਾਂ ਇੱਕ ਟਕਸਾਲ ਦੇ ਵਿੱਚ ਕੁਝ ਸਮਾਂ ਲਾਇਆ ਹੁੰਦਾ ਹੈਗਾ, 4 ਸਾਲ 5 ਸਾਲ 10 ਸਾਲ, ਜੋ ਉੱਥੋਂ ਦਾ ਇੱਕ ਡਿਪਲੋਮਾ ਉਹਨਾਂ ਦਾ ਹੈਗਾ, ਸੋ ਜਦੋਂ ਤੱਕ ਉਹ ਕਿਸੇ ਵਿਦਿਆਲੇ ਤੋਂ ਗੁਰਮਤਿ ਦੀ ਘਾੜਤ ਵਿੱਚ ਘੜਿਆ ਹੋਏਗਾ ਤੇ ਉਹ ਸੰਗਤ ਨੂੰ ਫਿਰ ਗੁਰਬਾਣੀ ਵਿਆਕਰਣ ਅਨੁਸਾਰ ਅਤੇ ਗੁਰ ਇਤਿਹਾਸ ਦੇ ਵਿੱਚੋਂ ਮਿਲਦੀ ਹੋਈ ਸੇਧ, ਜੋ ਕਿ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ, ਜਦੋਂ ਉਹ ਸੁਣਾਉਣਗੇ ਤਾਂ ਉਹਦਾ ਪ੍ਰਭਾਵ ਪਏਗਾ। ਕੁਦਰਤੀ ਹੈ। ਵੇਖੋ, ਇੱਕ ਸੰਗਤ ਵਿੱਚ ਡਾਕਟਰ ਵੀ ਬੈਠਾ ਹੈ, ਵਕੀਲ ਵੀ ਬੈਠਾ ਹੈ, ਇੰਜੀਨੀਅਰ ਬੈਠਾ ਹੈ, ਸੰਗਤ ਬਹੁਤ ਪੜ੍ਹੀ ਲਿਖੀ ਹੈਗੀ ਹੈ ਤੇ ਸੰਗਤ ਹਰ ਗੱਲ ਤੋਂ ਜਾਣੂ ਹੈਗੀ। ਇਸ ਕਰਕੇ ਸੰਗਤ ਦੇ ਵਿੱਚ ਜਿਹੜਾ ਪ੍ਰਚਾਰਕ ਹੈਗਾ ਉਹ ਕਿਸੇ ਯੋਗ ਗੁਰਮਤਿ ਕਾਲਜ ਤੋਂ ਉਹਨੇ ਸਟੱਡੀ ਕੀਤੀ ਹੋਵੇ। ਅੱਜ ਕੱਲ੍ਹ ਤੇ ਬਹੁਤ ਸਾਰੇ ਕਾਲਜ ਨੇ ਜੋ ਕਿ ਗੁਰਬਾਣੀ ਦੇ ਡਿਪਲੋਮੇ ਕਰਾ ਰਹੇ ਨੇ। ਕਿਸੇ ਜ਼ਮਾਨੇ 'ਚ ਪਹਿਲਾਂ ਜਿਹੜੇ ਸਿੰਘ ਸੀਗੇ ਉਹ ਟ੍ਰੇਨਡ ਗ੍ਰੰਥੀ ਸਿੰਘਾਂ ਤੋਂ, ਜਿਵੇਂ ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਉਸ ਤੋਂ ਪਿੱਛੇ ਜਾਓਗੇ ਭਾਈ ਸਾਹਿਬ ਭਾਈ ਗੁਰਦਾਸ ਜੀ, ਗੁਰਸਿੱਖਾਂ ਨੂੰ ਟ੍ਰੇਨਡ ਕਰਦੇ ਸਨ। ਹੁਣ ਭਾਈ ਗੁਰਦਾਸ ਜੀ ਵਰਗਾ ਪ੍ਰਿੰਸੀਪਲ
ਮੈਂ ਕਹਿ ਦਿਆਂ ਵੀ ਹੋਣਾ, ਇਹ ਆਪਣੇ ਆਪ ਵਿੱਚ ਬੜੀ ਵਿਲੱਖਣ ਗੱਲ ਸੀ ਜਿਨ੍ਹਾਂ ਨੇ ਉਹਨਾਂ ਕੋਲੋਂ ਗੁਰਮਤਿ ਦੀ ਵਿਦਿਆ ਲਈ ਹੋਈ। ਭਾਈ ਗੁਰਦਾਸ ਜੀ ਕਾਂਸੀ ਤੋਂ ਵਿਦਿਆ ਪੜ੍ਹ ਕੇ ਆਏ, ਗੁਰਬਾਣੀ ਦੇ ਜਾਣੂ ਸਨ, ਉਹ ਲਗਾ ਮਾਤਰਾ ਦੇ ਜਾਣੂ ਸਨ, ਉਹ ਆਪ ਕਵੀ ਵੀ ਸਨ, ਆਪ ਚੰਗੇ ਸੁਗੜ ਪ੍ਰਚਾਰਕ ਵੀ ਸਨ, ਵਕਤਾ ਸਨ, ਕਥਾਵਾਚਕ ਸਨ। ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਬੜੀ ਸੋਹਣੀ ਕਥਾ ਕਰਦੇ ਸੀ। ਧੰਨ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਨੇ ਬਹੁਤ ਸਾਰੇ ਜਿਹੜਾ ਹੈ ਉਹ ਗੁਰੂ ਸਾਹਿਬਾਨ ਨੂੰ ਵੀ ਸਿੱਖਿਆ ਦਿੱਤੀ, ਪੜ੍ਹਾਇਆ ਬਚਪਨ ਵਿੱਚ, ਜਦੋਂ ਹਜੇ ਗੁਰੂ ਪਦਵੀ ਪ੍ਰਾਪਤ ਨਹੀਂ ਸੀ ਹੋਈ। ਜਿਵੇਂ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਜਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਈਵਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਇਸ ਤਰ੍ਹਾਂ ਉਹਨੂੰ ਸਿੱਖਿਆ ਦਿੱਤੀ ਹੈ। ਉਸ ਤੋਂ ਬਾਅਦ ਭਾਈ ਮਨੀ ਸਿੰਘ ਨੇ ਇਸ ਬਹੁਤ ਸਮਾਂ ਜਿਹੜਾ ਹੈ ਉਹ ਸਿੱਖਾਂ ਨੂੰ ਸਿੱਖਿਆ ਦਿੱਤੀ। ਭਾਈ ਮਨੀ ਸਿੰਘ ਵੀ ਬੜੇ ਉੱਘੇ ਵਿਦਵਾਨ ਸਨ। ਬਾਬਾ ਦੀਪ ਸਿੰਘ ਜੀ ਨੇ ਬਹੁਤ ਸਾਰੇ ਵਿਦਿਆਰਥੀ ਤਿਆਰ ਕੀਤੇ। ਇਸ ਤਰ੍ਹਾਂ ਫਿਰ ਟਕਸਾਲਾਂ ਹੋਂਦ ਵਿੱਚ ਆਈਆਂ, ਇਸ ਤਰ੍ਹਾਂ ਮਿਸ਼ਨਰੀ ਕਾਲਜ ਹੋਂਦ ਵਿੱਚ ਆਏ 1921 ਤੋਂ ਬਾਅਦ, ਜਦੋਂ ਕਿ ਸਾਕਾ ਨਨਕਾਣਾ ਸਾਹਿਬ ਦਾ ਵਾਪਰਿਆ। ਉਸ ਤੋਂ ਬਾਅਦ ਫਿਰ ਸਿੰਘਾਂ ਨੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਹੋਂਦ ਵਿੱਚ ਲਿਆਂਦਾ। ਬਹੁਤ ਸਾਰੀ ਦੇਣ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੀ ਹੈਗੀ ਹੈ। ਫਿਰ ਉਹਨੇ ਬਾਅਦ ਰੈਗੂਲਰ ਕਾਲਜ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ, ਰੋਪੜ ਕਾਲਜ, ਲੁਧਿਆਣਾ ਗੁਰਮਤਿ ਕਾਲਜ, ਸਿੱਖ ਮਿਸ਼ਨਰੀ ਕਾਲਜ, ਇਸ ਤਰ੍ਹਾਂ ਬਹੁਤ ਸਾਰੇ ਵਿਦਿਆਲੇ ਅੱਜ ਇਸ ਖੇਤਰ ਵਿੱਚ ਕੰਮ ਕਰ ਰਹੇ ਨੇ ਬਾਖੂਬੀ, ਜਿੱਥੇ ਗੁਰਮਤਿ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਸੋ ਜਦੋਂ ਇੱਕ ਟ੍ਰੇਨਡ ਬੰਦਾ ਪ੍ਰਚਾਰ ਕਰੇਗਾ ਤਾਂ ਫਿਰ ਉਹਦਾ ਪ੍ਰਚਾਰ ਦਾ ਪ੍ਰਭਾਵ ਜਿਹੜਾ ਹੈ ਉਹ ਕੁਦਰਤੀ ਪੈਣਾ ਵੀ ਹੈਗਾ, ਜੋ ਅਸੀਂ ਅੱਜ ਦੇਖਦੇ ਹੈਗੇ ਹਾਂ ਕਿ ਕਿਸੇ ਜ਼ਮਾਨੇ 'ਚ ਸੰਗਤ ਕੇਵਲ ਕੀਰਤਨ ਹੀ ਸੁਣਦੀ ਸੀ। ਕੀਰਤਨ ਵਿੱਚ ਜੋ ਸ਼ਬਦ ਗਾਇਨ ਕੀਤਾ ਜਾ ਰਿਹਾ ਉਹਦੇ ਅਰਥ ਨਹੀਂ ਸੀ ਪਤਾ। ਹੁਣ ਹਰ ਬੰਦੇ ਦੀ ਇਹ ਇੱਛਾ ਹੁੰਦੀ ਹੈ ਕਿ ਅਸੀਂ ਕਥਾ ਸੁਣੀਏ ਤੇ ਜੋ ਸ਼ਬਦ ਹੈਗਾ ਉਹ ਸਾਨੂੰ ਕੀ ਕਹਿ ਰਿਹਾ, ਕਿਉਂਕਿ ਸ਼ਬਦ ਜਿਹੜਾ ਹੈ ਨਾ ਉਹ ਇਸ਼ਾਰਾ ਤਾਂ ਹੀ ਦਿੰਦਾ ਕਿ ਜਿਸਨੂੰ ਸਤਿਗੁਰ ਕੀ ਜਿਸਨੂੰ ਮਤ ਆਵੈ ਸੋ ਸਤਿਗੁਰ ਮਾਹੇ ਸਮਾਨਾ, ਉਹ ਸਤਿਗੁਰ ਵਿੱਚ ਲੀਨ ਹੋਣਾ ਚਾਹੁੰਦੇ। ਭਾਵ ਸ਼ਬਦ ਜੋ ਕਹਿ ਰਿਹਾ ਉਹ ਵਿਚਾਰ ਰਾਹੀਂ ਪਤਾ ਲੱਗਣਾ, ਕਥਾ ਰਾਹੀਂ ਪਤਾ ਲੱਗਣਾ, ਜਦੋਂ ਅਸੀਂ ਯੋਗ ਪ੍ਰਚਾਰਕ ਤੋਂ ਸੁਣਾਂਗੇ। ਸੋ ਇਹਦੇ ਵਿੱਚ ਸਿੱਖ ਬੀਬੀਆਂ ਵੀ ਹੋ ਸਕਦੀਆਂ, ਜਿਵੇਂ ਕਿ ਗੁਰੂ ਅਮਰਦਾਸ ਜੀ ਨੇ 22 ਮੰਜੀਆਂ ਸਥਾਪਿਤ ਕੀਤੀਆਂ, ਉਹ ਪ੍ਰਚਾਰਕ ਹੀ ਸੀ 22। ਉਹਦੇ ਵਿੱਚ ਮੱਥੋ ਤੇ ਮੁਰਾਰੀ ਦੀ ਮੰਜੀ ਸੀ, ਬੀਬੀ ਪ੍ਰਚਾਰਕ ਬਣਾਈ ਪੁਰਾਤਨ ਬੀਬੀਆਂ ਦੇ ਵਿੱਚ। ਸੋ ਗੁਰੂ ਸਾਹਿਬ ਨੇ ਜਿੱਥੇ ਪ੍ਰਧਾਨਤਾ ਦਿੱਤੀ ਹੈ ਬੀਬੀਆਂ ਨੂੰ ਬਰਾਬਰਤਾ ਦੀ, ਉੱਥੇ ਸਿੱਖ ਪ੍ਰਚਾਰਕ ਵੀ ਨਿਯੁਕਤ ਕੀਤੀਆਂ ਨੇ। ਅੱਜ ਵੀ ਬਹੁਤ ਸਾਰੀਆਂ ਭੈਣਾਂ ਉਹ ਸਿੱਖ ਪ੍ਰਚਾਰ ਵਿੱਚ ਹਿੱਸਾ ਲੈ ਰਹੀਆਂ ਨੇ, ਕਥਾ ਵਿਖਿਆਨ ਕਰਦੀਆਂ ਹੈਗੀਆਂ ਨੇ। ਸੋ ਇਹਦੇ ਵਿੱਚ ਐੜੇ ਭਾਗ 'ਚ ਲਿਖਿਆ ਕਿ ਕਥਾ ਦਾ ਮਨੋਰਥ ਗੁਰਮਤਿ ਦ੍ਰਿੜਾਉਣਾ ਹੀ ਹੋਵੇ। ਕਥਾ ਦਾ ਜਿਹੜਾ ਮਕਸਦ ਹੈ ਨਾ ਉਹ ਗੁਰਮਤਿ ਦ੍ਰਿੜ ਕਰਨਾ ਹੋਵੇ। ਪਰਪੱਕਤਾ ਇਹ ਹੋਣੀ ਚਾਹੀਦੀ ਹੈ, ਪਹਿਲ ਇਹ ਹੋਣੀ ਚਾਹੀਦੀ ਹੈ। ਇਹ ਨਹੀਂ ਹੈ ਕਿ ਅਸੀਂ ਇੱਧਰ ਉੱਧਰ ਦੀਆਂ ਵਾਧੂ ਕਹਾਣੀਆਂ ਸੁਣਾ ਕੇ ਤੇ ਉਹਦੇ ਵਿੱਚ ਗੁਰਮਤਿ 1% ਵੀ ਨਹੀਂ ਅਸੀਂ ਸੁਣਾ ਰਹੇ। ਗੁਰੂ ਕੀ ਮੱਤ ਕੀ ਕਹਿ ਰਹੀ ਹੈਗੀ ਹੈ। ਕਈ ਵਾਰ ਤੇ ਮੈਂ ਹੱਸਦਾ ਹੁੰਦਾ ਆਪਣੇ ਸਾਥੀਆਂ ਦੇ ਨਾਲ ਕਿ ਬਹੁਤੀ ਵਾਰ ਤਾਂ ਇਸ ਤਰ੍ਹਾਂ ਵੀ ਵੇਖਣ ਨੂੰ ਮਿਲਿਆ ਕਿ ਵੀ ਨਿਊਜ਼ ਚੈਨਲ ਜਿਹੜਾ ਹੈ ਉਹ ਵੀ ਕੁਝ ਗੱਲ ਜਿਹੜਾ ਹੈ ਉਹ ਤੁਹਾਨੂੰ ਦਿਨ ਦੀ ਜਾਂ ਰੂਟੀਨ ਦੀ ਦੱਸ ਜਾਂਦੇ ਨੇ। ਸੋ ਸਾਡੇ ਤਾਂ ਕਈ ਵਾਰ ਜਿਹੜਾ ਪ੍ਰਚਾਰਕ ਹੈਗਾ ਉਹ ਨਿਊਜ਼ ਚੈਨਲਾਂ ਵਰਗੀਆਂ ਗੱਲਾਂ ਸੁਣਾ ਰਹੇ ਹੈਗੇ। ਇਹ ਅੱਜ ਦੇ ਹਾਲਾਤ ਦੇ ਉੱਤੇ ਕਮੈਂਟ ਕਰਨਾ, ਔਰ ਉਸ ਤੋਂ ਬਾਅਦ ਜੇ ਤੁਸੀਂ ਆਉਣ ਵਾਲੇ 5-10 ਸਾਲ ਬਾਅਦ ਉਹ ਕਥਾ ਸੁਣੋਗੇ ਤਾਂ ਤੁਹਾਨੂੰ ਇਸ ਤਰ੍ਹਾਂ ਲੱਗੇਗਾ ਵੀ ਇਹ ਤਾਂ ਖਬਰਾਂ ਸੀਗੀਆਂ, ਉਸ ਵੇਲੇ ਦੀ ਖਬਰਾਂ ਨਹੀਂ ਸੁਣਾਉਣੀਆਂ। ਗੁਰਬਾਣੀ ਦੀ ਕਥਾ ਕਰਨੀ ਹੈ, ਗੁਰ ਇਤਿਹਾਸ ਦੀ ਕਥਾ ਕਰਨੀ ਹੈ, ਗੁਰਬਾਣੀ ਦੇ ਸ਼ਬਦ ਦੀ ਵਿਚਾਰ ਕਰਨੀ ਹੈਗੀ ਹੈ। ਸੋ ਫਰਕ ਹੁੰਦਾ ਹੈਗਾ ਇਹ ਖਬਰ ਦੇ ਵਿੱਚ ਵੀ ਅੱਜ ਦੇ ਮੌਜੂਦਾ ਹਾਲਾਤ ਕੀ ਨੇ ਤੇ ਆਉਣ ਵਾਲੇ ਸਮੇਂ ਵਿੱਚ। ਹਾਂ, ਇਹ ਪ੍ਰੇਰਨਾ ਲੈ ਸਕਦੇ ਹਾਂ ਕਿ ਵੀ ਇਸ ਤਰ੍ਹਾਂ ਨਹੀਂ ਕਰਨਾ ਹੈਗਾ, ਗੁਰਬਾਣੀ ਸਾਨੂੰ ਇਸ ਤਰ੍ਹਾਂ ਪ੍ਰੇਰਦੀ ਹੈਗੀ। ਇਹ ਇੱਕ ਢੰਗ ਹੈਗਾ। ਜਿਵੇਂ ਸਤਿਕਾਰਯੋਗ ਸੰਤ ਗਿਆਨੀ ਮਸਕੀਨ ਸਿੰਘ ਜੀ, ਗਿਆਨੀ ਪਿੰਦਰਪਾਲ ਸਿੰਘ ਜੀ, ਇਸ ਤਰ੍ਹਾਂ ਬਹੁਤ ਸਾਰੇ ਪ੍ਰਚਾਰਕ, ਜਾਂ ਗਿਆਨੀ ਮਾਨ ਸਿੰਘ ਜੀ ਝੋਰ ਪੁਰਾਤਨ ਜਿਹੜਾ ਉਹ ਕਥਾਵਾਚਕ ਸੀਗੇ। ਸ਼ਬਦ ਦੇ ਕੇਂਦਰਿਤ ਭਾਵ ਵਿੱਚ ਰਹਿਣਾ ਹੁੰਦਾ। ਕਥਾ ਦਾ ਮਨੋਰਥ ਹੈ ਕਿ ਸ਼ਬਦ ਜੋ ਕਹਿ ਰਿਹਾ ਉਹਨੂੰ ਸਪਸ਼ਟ ਕਰਨਾ ਹੈਗਾ। ਇੱਥੇ ਮੈਂ ਇਸ ਸਥਿਤੀ ਨੂੰ ਹੋਰ ਜ਼ਿਆਦਾ ਕਲੀਅਰ ਕਰ ਦਿਆਂ ਤਾਂ ਕਿ ਗੱਲ ਜਿਹੜੀ ਹੈ ਹੋਰ ਖੁੱਲ ਜਾਵੇ ਕਿ ਇਸ ਨਿਯਮ ਅਨੁਸਾਰ ਸਪਸ਼ਟ ਹੈ ਕਿ ਸੰਗਤ ਵਿੱਚ ਗੁਰਬਾਣੀ ਦੀ ਕਥਾ ਕੋਈ ਗੈਰ ਸਿੱਖ ਵੀ ਆ ਕੇ ਸੁਣ ਸਕਦਾ ਹੈ। ਇਹ ਜ਼ਰੂਰੀ ਨਹੀਂ ਹੈ ਕਿ ਸਿੱਖ ਹੀ ਸੁਣੇ, ਕੋਈ ਵੀ ਸਿੱਖ ਸੁਣ ਸਕਦਾ ਹੈ, ਪਰ ਪਾਠ ਅਤੇ ਕੀਰਤਨ ਸੁਣਾਉਣ ਵਾਂਗ ਸੰਗਤ ਵਿੱਚ ਕਥਾ ਕਰਨ ਦਾ ਅਧਿਕਾਰ ਕੇਵਲ ਸਿੱਖ ਨੂੰ ਹੀ ਮੰਨਿਆ ਗਿਆ ਹੈ।
ਇਸ ਭੇਦ ਨੂੰ ਸਮਝਣ ਲਈ ਸਾਨੂੰ ਐੜਾ ਨਿਯਮ ਨੂੰ ਧਿਆਨ ਵਿੱਚ ਲਿਆਉਣ ਦੀ ਲੋੜ ਹੈ ਕਿ ਕਥਾ ਕਰਨ ਦਾ ਮਨੋਰਥ ਗੁਰਮਤ ਦਰਾਉਣਾ ਹੀ ਹੋਵੇ, ਨਾ ਕਿ ਸਰੋਤਿਆਂ ਦੀ ਵਾਹ ਲੈਣ ਲਈ ਕਲਾਕਾਰੀ ਦਾ ਪ੍ਰਗਟਾਅ ਜਾਂ ਫਿਰ ਧਨ ਇਕੱਠਾ ਕਰਨ ਦਾ ਸਾਧਨ ਬਣ ਜਾਏ। ਬਹੁਤ ਸਾਰਾ ਦੇਖੋ, ਹੁਣ ਕਲਾਕਾਰੀ ਇੱਕ ਵੱਖਰੀ ਚੀਜ਼ ਹੈਗੀ ਹੈ ਕਿ ਬੰਦਾ ਸ਼ਬਦੀ ਜਾਲ ਵਿਛਾ ਕੇ ਮੋਹ ਲਵੇ ਸਭ ਨੂੰ, ਧਨ ਇਕੱਠਾ ਕਰਕੇ, ਪਰ ਆਪਣਾ ਨਿੱਜੀ ਜੀਵਨ ਕੁਝ ਨਾ ਹੋ, ਤੇ ਗਲਤ ਹੈ। ਸੋ ਕਥਾਕਾਰ ਦਾ ਧਿਆਨ ਹੋਵੇ ਕਿ ਉਸਨੇ ਗੁਰਮਤ ਸਿਧਾਂਤੀ ਵਿਆਖਿਆ ਨਾਲ ਸਰੋਤੇ ਅੰਦਰਲੀ ਭਰਮਾਂ ਦੀ ਮੈਲ ਨੂੰ ਧੋਣਾ ਅਤੇ ਹਿਰਦੇ ਅੰਦਰ ਗੁਰ ਪਰਮੇਸ਼ਰ ਦਾ ਪਿਆਰ ਦ੍ਰਿੜਾਉਣਾ ਹੈ। ਪਰ ਅਜਿਹਾ ਯਤਨ ਤਦ ਹੀ ਸਫਲ ਹੋ ਸਕਦਾ ਹੈ ਜੇ ਕਥਾ ਕਰਨ ਵਾਲਾ ਪਹਿਲਾਂ ਆਪ ਭਰਮਾਂ ਤੋਂ ਮੁਕਤ ਹੋ ਕੇ ਗੁਰੂ ਪਿਆਰ ਵਿੱਚ ਸਮੋਇਆ ਹੋਵੇ, ਤੇ ਨਾਲ ਹੀ ਨਾਲ ਕਹਿੰਦੇ ਨੇ, ਨਹੀਂ ਤਾਂ ਉਸ ਦੀ ਸੁੰਦਰ ਕਥਨੀ ਵੀ ਭਲੀ ਪੂਤ ਨਹੀਂ ਹੋ ਸਕਦੀ। ਜਿਸ ਦਾ ਅੰਦਰ ਸੱਚ ਹੈ ਸੋ ਸੱਚ ਨਾਮ ਮੁਖ ਸੱਚ ਅਲਾਏ। ਜਿਹਦੇ ਅੰਦਰ ਸੱਚ ਹੋਏਗਾ ਸੱਚ ਹੀ ਬੋਲੇਗਾ ਨਾ। ਜਿਹਦੇ ਅੰਦਰ ਆਪ ਹੀ ਕੂੜ ਭਰਿਆ ਪਿਆ, ਵਹਿਮ ਭਰਮ ਪਏ ਪਏ ਨੇ, ਉਹਨੇ ਵਹਿਮ ਭਰਮ ਹੀ ਲੋਕਾਂ ਨੂੰ ਫਿਰ ਦ੍ਰਿੜ ਕਰਾਣੇ। ਉਹ ਹਰ ਮਾਰਗ ਆਪ ਚੱਲਦਾ, ਹੋਰਨਾਂ ਨੂੰ ਹਰ ਮਾਰਗ ਪਾਏ। ਬਈ ਉਹ ਆਪ ਪਹਿਲਾਂ ਹਰੀ ਦੇ ਮਾਰਗ ਤੇ ਚੱਲੇ, ਸੱਚਾਈ ਦੇ ਮਾਰਗ ਤੇ ਚੱਲੇਗਾ, ਫਿਰ ਬਾਕੀ ਸੰਗਤ ਨੂੰ ਤੋਰੇਗਾ। ਇੱਕ ਪ੍ਰਚਾਰਕ ਦੀ ਜੀਵਨੀ ਹੈ, ਭਾਵੇਂ ਉਹ ਮੈਂ ਹੀ ਹੋਵਾਂ, ਕੋਈ ਵੀ ਹੋਵੇ, ਸਾਰਿਆਂ ਵਾਸਤੇ ਇਹ ਗੱਲ ਲਾਗੂ ਹੁੰਦੀ ਹੈ। ਉਹ ਪੁਰਖ ਪ੍ਰਾਣੀ ਧਨ ਜਨ ਹੈ, ਉਪਦੇਸ਼ ਕਰੇ ਪਰਉਪਕਾਰਿਆ, ਹਰ ਨਾਮ ਦ੍ਰਿੜਾਵੇਂ, ਹਰ ਨਾਮ ਸੁਣਾਵੇਂ, ਹਰ ਨਾਮੇ ਜਗ ਨਿਸਤਾਰਿਆ। ਪਾਤਸ਼ਾਹ ਨੇ ਤਾਂ ਉਹਨਾਂ ਨੂੰ ਧਨ ਕਿਹਾ ਜਿਹੜੇ ਹਰੀ ਦੇ ਨਾਮ ਨੂੰ ਦ੍ਰਿੜ ਕਰਾਉਂਦੇ ਹਨ। ਗੁਰੂ ਪਾਤਸ਼ਾਹ ਕਹਿੰਦੇ ਨੇ, ਧਿਆਨ ਰੱਖੋ ਕਿ ਆਪਣਾ ਮਨ ਪ੍ਰਬੋਧੋ ਬੂਝੋ ਸੋਈ, ਲੋਕ ਸਮਝਾਵੋ ਸੁਣੇ ਨਾ ਕੋਈ, ਗੁਰਮੁਖ ਸਮਝੋ ਸਦਾ ਸੁਖ ਹੋਈ। ਪਹਿਲਾਂ ਆਪਣੇ ਮਨ ਨੂੰ ਪ੍ਰਬੋਧਨਾ ਹੈਗਾ, ਫਿਰ ਬਾਅਦ ਵਿੱਚ ਲੋਕਾਂ ਨੂੰ ਦੱਸਣਾ ਹੈਗਾ, ਸਮਝਾਉਣਾ ਹੈਗਾ। ਸੋ ਇਹ ਗੱਲ ਦਾ ਧਿਆਨ ਰੱਖਣਾ ਹੈ ਕਿ ਜੇ ਆਪਣਾ ਮਨ ਪ੍ਰਬੋਧਨ ਸਵਾਰਨ ਤੋਂ ਪਹਿਲਾਂ ਲੋਕਾਂ ਨੂੰ ਸਮਝਾਉਣ ਦਾ ਯਤਨ ਹੋਵੇਗਾ ਤਾਂ ਸਫਲ ਨਹੀਂ ਹੋਏਗਾ। ਕਿਉਂ ਨਹੀਂ ਹੋਏਗਾ? ਕਿਉਂਕਿ ਜਿਸ ਕੈ ਅੰਤਰ ਵਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ। ਵੀ ਜਿਹਦੇ ਅੰਦਰ ਨਿਰੰਕਾਰ ਵਸਦਾ ਹੈਗਾ, ਉਹਦੀ ਸਿੱਖਿਆ ਨੂੰ ਫਿਰ ਸਾਰੇ ਮੰਨਣਗੇ, ਫਿਰ ਸੰਸਾਰ ਵੀ ਤੁਰੇਗਾ। ਪਰ ਜੇ ਮੇਰੇ ਅੰਦਰ ਹੀ ਆਪ ਨਿਰੰਕਾਰ ਦਾ ਭੈ ਭਾਵਨੀ ਨਹੀਂ ਹੈ, ਤੇ ਫਿਰ ਮੈਂ ਲੋਕਾਂ ਨੂੰ ਉਪਦੇਸ਼ ਕਰਾਂ ਤੇ ਉਹ ਬੇਈਮਾਨੀ ਹੈਗਾ। ਸੱਚ ਪੁੱਛੋ ਤਾਂ ਹਕੀਕਤ ਗੱਲ ਤਾਂ ਇਹ ਹੈ कि इकबाल बड़ा उपदेशक है, बातों से मन को मोह लेता है। कहता है इकबाल बड़ा उपदेशक है, बातों से मन को मोह लेता है, गुफ्तार का काजी बन तो गया, किरदार का काजी बन ना सका। असी गुफ्तार दे काजी नहीं बनना, असी केवल मायावी जाल, शब्दां दा जाल विछा के, अज शब्दां दा जाल ज्यादा विछाया जा रहा है, शब्दां की ज्यादा घाट पकड़ी जा रही है, पर किरदार का काजी बनना। साडा आचरण बड़ा उच्चा सुच्चा होना चाहिए। सो प्रचारक का रहनी बहनी आचरण उठना बैठना वो सब प्रचार के अधीन आ जाता हुंदा। सियाणे तां कहंदे हुंदे भी दस्तार, रफ्तार ते गुफ्तार, ये तीन चीज़ां तो पहचान हर एक व्यक्ति की हुंदी है। प्रचारक की दस्तार गुरमुखी होवे, प्रचारक की जिहड़ी गुफ्तार है, गुफ्तगू बोली बड़ी प्रेम वाली होनी चाहिए हैगी है, मधुर भाषी, मिठा बोलना, क्योंकि साडा रब भी मिठ बोलड़ा जी हर सज्जन स्वामी मोरा। ये नहीं कि किसी संगत ने जो सवाल किया है, संगत का सवाल पूछना हक है, असी लोहे लाखे हो जाइए। मैं बहुत सारे देखना भी गर्मी हो जाते नहीं, संगत का जिहड़ा सवाल पूछना अधिकार है, तुहाडा उन्हां नूं प्यार नाल समझाना तुहाडा अधिकार है। सो मधुर भाषी होना। दूजा, समय की पाबंदी बड़ी होनी बहुत जरूरी हैगी है। ये नहीं है कि जिहड़ी गल असी कुछ टाइम विच कहनी सीगी ते असी 1-2 घंटे 3 घंटे बोली गए, पर उहदे विचों जे परसेंटेज देखो भी किन्नी कुछ गुरमत दृढ़ कराई है, 1% भी नहीं। फिर वो एडियां लंबियां कहानियां पा के ते घूम के 2 घंटे बाद तुसीं चुप कर गए, उस तो बाद कहो जी गुरमत दी की गल सी, ये तो मैं हजे करनी सी, समा घट रहे। सो नहीं, प्रचारक का यह गुण हुंदा, तुहानूं 5 मिनट दिते ने ते तुसीं 1 घंटे की गल नूं तुसीं 5 मिनट विच किवें कहना है। ते जे तुहानूं 1 घंटा दिता हैगा तां तुसीं उस दे विच जिहड़ा है अपनी गल नूं जो 5 मिनट की 10 मिनट की तैयारी सी उहनूं 1 घंटे विच किवें संगत दे सामने पेशकारी करनी हैगी है, ते उस संगत जिहड़ी है स्रोते बोर ना हो।
ਸਰੋਤੇ ਤੁਹਾਡੇ ਗੁਰਬਾਣੀ ਦੇ ਵੱਲ ਉਹਨਾਂ ਦਾ ਧਿਆਨ ਜਿਹੜਾ ਜੁੜਿਆ ਰਹੇ, ਖਿੰਡੇ ਨਾ ਉਹਨਾਂ ਦਾ ਧਿਆਨ। ਇਹ ਕੁਝ ਗੁਣ ਨੇ। ਸੋ ਬੜਾ ਜ਼ਰੂਰੀ ਹੈਗਾ। ਸਭ ਤੋਂ ਨੰਬਰ 1 ਹੈ ਕਿ ਆਪਣਾ ਜੀਵਨ, ਜੋ ਸੰਗਤ ਸਾਨੂੰ ਵੇਖ ਰਹੀ ਹੁੰਦੀ ਹੈ, ਉਹ ਸੰਗਤ ਜਿਹੜੀ ਹੈ ਸਾਡੇ ਤੋਂ ਬਹੁਤ ਕੁਝ ਸਿੱਖਦੀ। ਜਿਵੇਂ ਇੱਕ ਅਧਿਆਪਕ ਬੱਚਿਆਂ ਵਾਸਤੇ ਆਦਰਸ਼ ਹੁੰਦਾ ਹੈ, ਇਸੇ ਤਰ੍ਹਾਂ ਪ੍ਰਚਾਰਕ ਕੌਮ ਵਾਸਤੇ ਇੱਕ ਆਦਰਸ਼ ਹੈਗਾ, ਪ੍ਰੇਰਨਾ ਸਰੋਤ ਹੈਗਾ। ਸੋ ਉਸ ਦਾ ਜੀਵਨ ਉੱਚਾ ਸੁੱਚਾ ਹੋਣਾ ਬਹੁਤ ਜ਼ਰੂਰੀ ਹੈਗਾ। ਤੇ ਇੱਥੇ ਜਿਹੜਾ ਹੈ ਉਹ ਕਿਹਾ ਗਿਆ ਵੀ ਕਥਾ ਦੇ ਵਿੱਚ ਗੁਰਮਤ ਮਨੋਰਥ, ਗੁਰਮਤ ਨੂੰ ਦ੍ਰਿੜ ਕਰਾਣਾ ਹੋਣਾ ਚਾਹੀਦਾ ਹੈਗਾ। ਔਰ ਇਹੀ ਕਾਰਨ ਹੈ ਕਿ ਪ੍ਰਚਾਰਕ ਇੱਕ ਇਹੋ ਜਿਹਾ ਛਾਂਦਾਰ ਬ੍ਰਖਸ਼ ਹੈਗਾ ਕਿ ਤਿਸ ਕੀ ਛਾਇਆ ਸਭ ਪਰ ਜਾਏ, ਸੁਨੇ ਬਾਕ ਜੇ ਹਿਰਦੈ ਵਸਾਏ। ਕਵੀ ਸੰਤੋਖ ਸਿੰਘ ਜੀ ਕਹਿੰਦੇ ਵੀ ਤਾਂ ਇੱਕ ਬ੍ਰਖਸ਼ ਹੈ ਜਿਹਦੀ ਛਾਂ ਹੇਠ ਬੈਠ ਕੇ ਸਾਰੇ ਆਨੰਦ ਮਾਣਦੇ, ਤੇ ਜਿਹੜਾ ਉਹਦੇ ਵਾਕਾਂ ਨੂੰ ਸੁਣਦਾ ਹੈ, ਸ਼ਬਦਾਂ ਨੂੰ ਸੁਣਦਾ ਹੈਗਾ, ਉਹ ਕਿੰਨੇ ਲੋਕ ਕੀਲੇ ਜਾਂਦੇ ਨੇ। ਐਸੇ ਕਿੰਨੇ ਪ੍ਰਚਾਰਕ ਹੋਏ ਜਿਨ੍ਹਾਂ ਨੇ ਉਪਦੇਸ਼ ਕੀਤਾ, ਸੰਗਤ ਨੇ ਅੰਮ੍ਰਿਤ ਛਕਿਆ, ਗੁਰਸਿੱਖੀ ਜੀਵਨ ਧਾਰਨ ਕੀਤਾ। ਤੁਹਾਨੂੰ ਕਿੰਨੇ ਸਿੱਖ ਮਿਲ ਜਾਣਗੇ ਜਿਹੜੇ ਕਹਿਣਗੇ ਜੀ ਇਸ ਤਾਂ ਉਹਨਾਂ ਗਿਆਨੀ ਜੀ ਦੀ ਕਥਾ ਸੁਣ ਕੇ ਇਸ ਪਾਸੇ ਪ੍ਰੇਰੇ ਚਲਿਆ ਹੈ, ਖਿੱਚੇ ਚਲਿਆ। ਸੋ ਕਈਆਂ ਨੂੰ ਕੁਝ ਨਾ ਕੁਝ ਸੇਧ ਮਿਲਦੀ ਹੈਗੀ ਆ। ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਵੀ ਪ੍ਰਚਾਰਕ ਦਾ ਜੀਵਨ ਬਹੁਤ ਸੋਹਣਾ ਆਨੰਦਮਈ ਹੋਣਾ ਚਾਹੀਦਾ ਹੈਗਾ। ਤੇ ਅੱਗੇ ਲਿਖਿਆ ਹੋਇਆ ਹੈਗਾ ਕਿ ਭਾਈ ਗੁਰਦਾਸ ਜੀ ਵੀ ਇਹਦੇ ਬਾਬਤ ਲਿਖਦੇ ਹੈਗੇ ਆ। ਉਹ ਕਹਿੰਦੇ ਨੇ ਸਤਿਗੁਰ ਚਰਨ ਸਰਨ ਚਲ ਜਾਏ ਸਿੱਖ, ਚਰਨ ਸਰਨ ਤਾਂ ਕਿ ਜਗਤ ਚੱਲ ਆਵੇ। ਜਿਹੜਾ ਸਿੱਖ ਗੁਰੂ ਦੀ ਚਰਨੀ ਸਰਨੀ ਜਾਂਦਾ ਹੈ ਨਾ ਪ੍ਰਚਾਰਕ, ਸਿੱਖ ਜਗਤ ਉਹਨਾਂ ਦੇ ਚਰਨੀ ਪੈਂਦਾ। ਫਿਰ ਸਤਕਾਰ, ਕਿੰਨਾ ਮਾਣ ਸਤਕਾਰ ਮਿਲਦਾ ਹੈਗਾ। ਸਤਿਗੁਰ ਆਗਿਆ ਸਤ ਸਤ ਕਰ ਮਾਨੈ ਸਿੱਖ, ਆਗਿਆ ਤਾਹੀਂ ਸਕਲ ਸੰਵਾਰੈ ਹਿਤ ਆਵੇ। ਤੇ ਜਿਹੜਾ ਗੁਰੂ ਦੀ ਆਗਿਆ ਨੂੰ ਸਤ ਵਚਨ ਕਰਕੇ ਮੰਨਦਾ, ਫਿਰ ਉਹਦੀ ਆਗਿਆ ਵਿੱਚ ਜਗਤ ਵੀ ਮੰਨਦਾ ਹੈਗਾ, ਉਹਦੀ ਗੱਲ ਨੂੰ ਸੰਸਾਰ ਦੇ ਲੋਕ ਵੀ ਮੰਨਦੇ ਹੈਗੇ ਆ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਸਤਿਗੁਰ ਸੇਵਾ ਪਾਏ ਪ੍ਰਾਨ, ਪੂਜਾ ਕਰੈ ਸਿੱਖ ਸਰਬ ਨਿਧਾਨ, ਅਗਰ ਭਾਗ ਲਿਵ ਲਾਵੇ। ਜੇ ਸਿੱਖ ਗੁਰੂ ਦੀ ਸੇਵਾ ਕਰੇਗਾ, ਜਿਹੜਾ ਪ੍ਰਚਾਰਕ ਵੀਰ ਜਾਂ ਪ੍ਰਚਾਰਕ ਭੈਣ, ਫਿਰ ਉਹਨੂੰ ਸਾਰਾ ਜਗਤ ਪਿਆਰ ਕਰਦਾ ਹੈਗਾ। ਤੇ ਸਰਬ ਨਿਧਾਨ ਅਗਰ ਭਾਗ ਲਿਵ ਲਾਵੇ, ਸਾਰੇ ਫਿਰ ਉਹਦਾ ਸਤਿਕਾਰ, ਮਾਣ ਸਤਿਕਾਰ ਬਣਦਾ, ਉਹਦੀ ਸੇਵਾ ਵੀ ਕਰਦੇ ਹੈਗੇ। ਸਤਿਗੁਰ ਸਿੱਖਿਆ ਦਿਖਿਆ ਹਿਰਦੈ ਪ੍ਰਵੇਸ਼ ਜਾਹੇ, ਤਾਂ ਕਿ ਸੀਖ ਸੁਨਤ ਪਰਮ ਪਦਵੀ ਪਾਵੇ। ਜਿਹੜਾ ਗੁਰੂ ਦੀ ਸਿੱਖਿਆ ਨੂੰ ਪ੍ਰਚਾਰਕ ਆਪਣੇ ਹਿਰਦੇ 'ਚ ਵਸਾਏਗਾ, ਕਹਿੰਦੇ ਨੇ ਤਾਂ ਕਿ ਸੀਖ ਸੁਨਤ ਪਰਮ ਪਦਵੀ ਪਾਵੇ, ਉਹਨਾਂ ਤੋਂ ਸਿੱਖਿਆ ਪ੍ਰਾਪਤ ਕਰਕੇ ਕਿੰਨੇ ਲੋਕ ਜਿਹੜੇ ਨੇ ਉਹ ਪਰਮ ਪਦਵੀ ਪ੍ਰਾਪਤ ਕਰ ਲੈਂਦੇ। ਸੋ ਇਹਨੂੰ ਕਹਿ ਸਕਦੇ ਹਾਂ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖੀ, ਜੋ ਆਪ ਜਪੈ ਅਵਰਾ ਨਾਮ ਜਪਾ। ਪਰ ਇਹ ਕਹਿਣਾ ਸੌਖਾ ਹੈ, ਇਹ ਜੀਵਨ ਵਿੱਚ ਵਸਾਣਾ ਔਖਾ ਹੈਗਾ। ਇਸ ਤਰ੍ਹਾਂ ਦਾ ਜੀਵਨ ਬਣਾਉਣਾ ਕਿ ਪਹਿਲਾਂ ਆਪ ਪੜ੍ਹਨੀ ਹੈ ਗੁਰਬਾਣੀ, ਆਪ ਵਿਚਾਰਨੀ ਹੈ, ਆਪ ਨਾਮ ਅਭਿਆਸੀ ਹੋਣਾ ਹੈ, ਆਪ ਗੁਰਬਾਣੀ ਦਾ ਪਾਠ ਕਰਨਾ ਹੈ, ਇੱਕ ਇੱਕ ਲਗਾ ਮਾਤਰ ਨੂੰ ਵਿਚਾਰ ਕੇ ਅਰਥਾਂ ਸਹਿਤ, ਫਿਰ ਸੰਗਤ ਨੂੰ ਅਸੀਂ ਉਪਦੇਸ਼ ਕਰੀਏ, ਫਿਰ ਸੰਗਤ ਨੂੰ ਜਿਹੜਾ ਹੈ ਇਸ ਪਾਸੇ ਪ੍ਰੇਰੀਏ। ਤੇ ਅੱਗੇ ਹੈਗਾ ਪੀੜੀ ਭਾਗ ਵਿੱਚ ਕਿ ਕਥਾ 10 ਗੁਰੂ ਸਾਹਿਬਾਨ ਦੀ ਬਾਣੀ। ਜਿਵੇਂ ਤੁਸੀਂ ਕਿਹਾ ਵੀ ਕਥਾ ਕਿਸ ਦੀ ਰਚਨਾ ਦੀ ਹੋ ਸਕਦੀ, ਇਹ ਪੁਆਇੰਟ ਇਹਦੇ ਵਿੱਚ ਹੈਗਾ ਕਿ ਕਥਾ 10 ਗੁਰੂ ਸਾਹਿਬਾਨ ਦੀ ਬਾਣੀ, ਜਾਂ ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਜੀ, ਜਾਂ ਕਿਸੇ ਹੋਰ ਪ੍ਰਮਾਣਿਕ ਪੰਥਕ ਪੁਸਤਕ ਜਾਂ ਇਤਿਹਾਸ ਦੀਆਂ ਪੁਸਤਕਾਂ ਜੋ ਕਿ ਗੁਰਮਤ ਅਨੁਕੂਲ ਹੋਣ ਦੀ ਹੋ ਸਕਦੀ ਹੈ। ਸੋ ਜਿਹੜੀਆਂ ਸਿੱਧੀ ਜਿਹੀ ਅਸੀਂ ਕਹਿੰਦੇ ਹਾਂ, ਜਿਹੜੇ ਧਾਰਮਿਕ ਪੁਸਤਕਾਂ ਗੁਰਮਤ ਦੇ ਅਨੁਕੂਲ ਨੇ, ਉਹਨਾਂ ਦੀ ਕਥਾ ਹੋ ਸਕਦੀ ਹੈ। ਪਾਓ ਮਨੋਰਥ ਤੇ ਗੁਰਮਤ ਦ੍ਰਿੜ ਕਰਾਉਣਾ, ਜਿੱਥੋਂ ਤੁਹਾਨੂੰ ਗੁਰਮਤ ਦੀ ਸਿੱਖਿਆ ਪ੍ਰਾਪਤ ਹੋ ਰਹੀ ਹੈ। ਪਰ ਅਨਮਤ ਦੀ ਕਿਸੇ ਪੁਸਤਕ ਦੀ ਨਹੀਂ ਹੋ ਸਕਦੀ। ਅਨਮਤ ਦਾ ਧਾਰਮਿਕ ਗ੍ਰੰਥ ਕੋਈ ਹੋਵੇ, ਉਹਦੀ ਕਥਾ ਗੁਰਦੁਆਰਾ ਸਾਹਿਬ ਵਿੱਚ ਨਹੀਂ ਹੋ ਸਕਦੀ ਹੈ। ਜਿਵੇਂ ਕੁਰਾਨ ਸ਼ਰੀਫ ਹੈਗਾ, 4 ਵੇਦ ਹੈਗੇ ਆ, ਗੀਤਾ ਹੈ, ਅੰਜੀਲ ਹੈ, ਤੋਰੇਤ ਹੈ, ਉਹਨਾਂ ਗ੍ਰੰਥਾਂ ਦੀ ਨਹੀਂ ਹੋ ਸਕਦੀ। ਸਾਡੇ ਆਪਣੇ ਜਿਹੜੇ ਧਾਰਮਿਕ ਗ੍ਰੰਥ ਨੇ, ਉਹਨਾਂ ਦੀ ਕਥਾ ਹੋ ਸਕਦੀ ਹੈ। ਹਾਂ, ਪ੍ਰਮਾਣ ਕਿਸੇ ਮਹਾਤਮਾ ਜਾਂ ਪੁਸਤਕ ਦੀ ਉੱਤਮ ਸਿੱਖਿਆ ਦਾ ਵੀ ਲਿਆ ਜਾ ਸਕਦਾ ਹੈ। ਪ੍ਰਮਾਣ ਤੁਸੀਂ ਕਿਸੇ ਵੀ ਹਵਾਲਾ ਜਿਹੜਾ ਹੈ ਉਹ ਕਿਸੇ ਵੀ ਉਸ ਤੋਂ ਲੈ ਸਕਦੇ ਹੋ, ਕਿਉਂਕਿ ਸਿੱਖਾਂ ਨੂੰ ਤਾਂ ਕੰਪੈਰੀਜ਼ਨ ਸਟੱਡੀ ਕਰਾਈ ਜਾਂਦੀ ਹੈ ਔਰ ਕਰਨੀ ਵੀ ਚਾਹੀਦੀ ਹੈ। ਸਾਰੇ ਧਰਮਾਂ ਦਾ ਤੁਲਨਾਤਮਕ ਅਧਿਐਨ ਇੱਕ ਪ੍ਰਚਾਰਕ ਨੂੰ ਕਰਨਾ ਚਾਹੀਦਾ। ਮੈਂ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਾਂਗਾ ਕਿ ਸਾਨੂੰ ਜਿਹੜਾ ਹੈ ਉਹ ਸਾਰੇ ਧਰਮਾਂ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈਗੀ।
ਜਦੋਂ ਸਾਨੂੰ ਸਾਰੇ ਧਰਮਾਂ ਦੀ ਜਾਣਕਾਰੀ ਹੋਏਗੀ ਫਿਰ ਸਾਨੂੰ ਪਤਾ ਲੱਗੇਗਾ ਕਿ ਸਰਵੋਤਮ ਧਰਮ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਵੇਂ ਸਵਾਮੀ ਦੰਡੀ ਤੀਰਥ ਸੰਨਿਆਸੀ ਜੀ ਨੇ ਇੱਕ ਪੁਸਤਕ ਲਿਖੀ ਕਿ ਸਰਵੋਤਮ ਧਰਮ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ, ਉਹ ਕਿਉਂ ਲਿਖ ਪਾਏ? ਕਿਉਂਕਿ ਉਹਨਾਂ ਨੇ ਬਾਕੀ ਧਰਮਾਂ ਦੀ ਸਟੱਡੀ ਕੀਤੀ ਸੀ। ਆਪ ਉਹ ਦੰਡੀ ਸੰਨਿਆਸੀ ਸਨ, ਉਹਨਾਂ ਨੇ ਵੇਦ ਸ਼ਾਸਤਰ ਪੜ੍ਹੇ। ਫਿਰ ਉਹ ਇੱਕ ਅਖੀਰ ਦੇ ਉਮਰ ਦੇ ਅਖੀਰਲੇ ਪੜਾਅ ਤੇ ਇੱਥੇ ਪਹੁੰਚੇ ਕਿ ਮੈਂ ਸੰਸਾਰ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਜੇ ਸਰਵੋਤਮ ਧਰਮ ਗ੍ਰੰਥ ਹੈ ਦੁਨੀਆ ਵਿੱਚ ਤਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ ਹੈਗੀ ਹੈ ਉਹ ਸਭੇ ਸਾਂਝੀ ਵਾਲ ਸਦਾਏ, ਤੂੰ ਕਿਸੇ ਨਾ ਦਿਸੈ ਵਾਰਾ ਜੀਓ, ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ। ਗੁਰੂ ਪਾਤਸ਼ਾਹ ਜੀ ਦੀ ਬਾਣੀ ਤਾਂ ਸਾਰੇ ਜਹਾਨ ਨੂੰ ਸਾਂਝੀ ਹੈਗੀ ਹੈ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋ ਵਰਨਾ ਕੋ ਸਾਂਝਾ ਹੈ। ਸੋ ਇੱਥੇ ਬੜਾ ਸਾਫ਼ ਲਿਖਿਆ ਹੈਗਾ। ਹਾਂ, ਵਾਕਫੀ ਵਾਸਤੇ, ਜਾਣਕਾਰੀ ਵਾਸਤੇ ਜਿਹੜਾ ਹੈ ਉਹ ਦੂਜੇ ਧਰਮ ਗ੍ਰੰਥਾਂ ਦਾ ਪੜ੍ਹਨਾ ਬਹੁਤ ਜ਼ਰੂਰੀ ਹੈਗਾ। ਕਈ ਵਾਰ ਅਸੀਂ ਪੜ੍ਹਦੇ ਨਹੀਂ ਹਾਂ, ਤਾਂ ਸਾਨੂੰ, ਮੈਂ ਤਾਂ ਕਹਾਂਗਾ ਕੁਰਾਨ ਸ਼ਰੀਫ ਵੀ ਪੜ੍ਹਨੀ ਚਾਹੀਦੀ ਹੈ, ਗੀਤਾ ਵੀ ਪੜ੍ਹਨੀ ਚਾਹੀਦੀ ਹੈ, ਬਾਈਬਲ ਵੀ ਪੜ੍ਹਨੀ ਚਾਹੀਦੀ ਹੈ, ਸਿੱਖਿਆ, ਤਾਂ ਕਿ ਉਹਦੇ ਵਿੱਚ ਜੋ ਸਿੱਖਿਆ ਲਿਖੀ ਹੈ ਉਹ ਸਾਨੂੰ ਵੀ ਪਤਾ ਹੋਵੇ ਕਿ ਇਹ ਧਰਮ ਗ੍ਰੰਥਾਂ ਵਿੱਚ ਕੀ ਸਿੱਖਿਆ ਦਿੱਤੀ ਹੈ। ਤੇ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਅਗੰਮੀ ਗਿਆਨ ਹੈ, ਜੋ ਰੱਬੀ ਨੂਰਾਨੀ ਗਿਆਨ ਹੈਗਾ, ਉਹ ਕਿੱਡੇ ਕਮਾਲ ਦਾ ਹੈਗਾ। ਜਦੋਂ ਅਸੀਂ ਆਪਣੇ ਬੱਚਿਆਂ ਨੂੰ ਦੱਸਾਂਗੇ ਤੇ ਫਿਰ ਅਸੀਂ ਕਹਿ ਸਕਦੇ ਹਾਂ ਕਿ ਗੁਰ ਕੀ ਮਾਤੂ ਲੈ ਇਆਨੇ ਭਗਤ ਬਿਨਾ ਬੋ ਡੂਬੇ ਸਿਆਣੇ। ਫਿਰ ਅਸੀਂ ਕਹਿ ਸਕਦੇ ਹਾਂ ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹਿ ਸੁਕਾਰ ਕਮਾਏ ਜੀਓ, ਤੇ ਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜੀਓ, ਇਉਂ ਭਾਵੇ ਹਰ ਦਰਸਾਵੜਾ ਨਾ ਲੱਗਿਆ ਤਤੀ ਵਾਉ ਜੀ। ਸੋ ਇਹਦੇ ਵਿੱਚ ਫਿਰ ਅੱਗੇ ਹੈ ਕਿ ਵਖਿਆਨ, ਗੁਰਦੁਆਰੇ ਵਿੱਚ ਗੁਰਮਤ ਤੋਂ ਵਿਰੁੱਧ ਕੋਈ ਵਖਿਆਨ ਨਹੀਂ ਹੋ ਸਕਦਾ। ਇਹ ਪ੍ਰਬੰਧਕਾਂ ਨੂੰ ਵੀ ਅਤੇ ਗੁਰੂ ਘਰ ਦੇ ਗ੍ਰੰਥੀ ਸਾਹਿਬਾਨ, ਪ੍ਰਚਾਰਕ ਸਾਹਿਬਾਨ, ਸਾਰਿਆਂ ਨੂੰ ਇਹ ਰਹਿਤ ਮਰਿਆਦਾ ਜਿਹੜੀ ਹੈ ਉਹ ਪੜ੍ਹਨੀ ਚਾਹੀਦੀ ਹੈ। ਤੇ ਖਾਸ ਕਰਕੇ ਪ੍ਰਬੰਧਕਾਂ ਨੂੰ, ਕਈ ਵਾਰ ਅਸੀਂ ਜਾਣੇ ਅਣਜਾਣੇ ਦੇ ਵਿੱਚ ਇਸ ਤਰ੍ਹਾਂ ਕਰ ਦਿੰਦੇ ਹਾਂ ਕਿ ਕੋਈ ਆ ਜਾਂਦਾ ਹੈਗਾ ਸ਼ਰਧਾਲੂ ਤੇ ਉਹ ਕਹਿੰਦਾ ਜੀ ਅਸੀਂ ਗੁਰਦੁਆਰੇ ਵਿੱਚ ਪ੍ਰੋਗਰਾਮ ਕਰਾਉਣਾ ਸੀਗਾ। ਸੋ ਇਹ ਮਰਿਆਦਾ ਪੜ੍ਹ ਲੈਣੀ ਚਾਹੀਦੀ ਕਿ ਗੁਰਦੁਆਰੇ ਦੇ ਵਿੱਚ ਗੁਰਮਤ ਤੋਂ ਵਿਰੁੱਧ ਕੋਈ ਵਖਿਆਨ ਨਹੀਂ ਹੋ ਸਕਦਾ ਹੈ। ਕੇਵਲ ਤੋਂ ਕੇਵਲ ਗੁਰਮਤ ਦਾ ਵਖਿਆਨ, ਗੁਰਮਤ ਦੀ ਪ੍ਰਚਾਰਕ ਕਥਾ, ਲੈਕਚਰ ਹੋ ਸਕਦਾ ਹੈਗਾ, ਕਵਿਤਾਵਾਂ ਹੋ ਸਕਦੀਆਂ, ਬੱਚਿਆਂ ਦੇ ਪ੍ਰੋਗਰਾਮ ਕਰਾਏ ਜਾ ਸਕਦੇ ਗੁਰਮਤ ਦੇ ਧਾਰਨੀ, ਪਰ ਗੁਰਮਤ ਤੋਂ ਵਿਰੁੱਧ ਨਹੀਂ। ਜਿਸ ਵਖਿਆਨ ਦਾ ਗੁਰਮਤ ਨਾਲ ਕੋਈ ਮੇਲ ਜੋਲ ਨਹੀਂ ਹੈ ਉਹ ਗੁਰਦੁਆਰੇ ਵਿੱਚ ਪ੍ਰੋਗਰਾਮ ਨਹੀਂ ਹੋ ਸਕਦਾ ਹੈਗਾ। ਸੋ ਗੁਰਦੁਆਰੇ ਵਿੱਚ ਸੰਗਤ ਦਾ ਪ੍ਰੋਗਰਾਮ ਆਮ ਕਰਕੇ ਕੀ ਹੁੰਦਾ ਹੈ? ਗੁਰਦੁਆਰੇ ਵਿੱਚ ਸੰਗਤ ਦਾ ਪ੍ਰੋਗਰਾਮ ਆਮ ਤੌਰ ਤੇ ਇਉਂ ਹੁੰਦਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਅੰਮ੍ਰਿਤ ਵੇਲੇ, ਕੀਰਤਨ ਹੁੰਦਾ ਆਸਾ ਕੀ ਵਾਰ ਦਾ, ਨਿਤਨੇਮ ਦਾ ਪਾਠ ਹੁੰਦਾ ਹੈ, ਕਥਾ ਵਖਿਆਨ ਹੁੰਦਾ ਹੈ, ਆਨੰਦ ਸਾਹਿਬ ਦਾ ਪਾਠ ਹੁੰਦਾ ਹੈ, ਫਿਰ ਅਰਦਾਸ ਹੁੰਦੀ ਹੈ, ਫਿਰ ਫਤਿਹ, ਸਤਿ ਸ੍ਰੀ ਅਕਾਲ ਦਾ ਜੈਕਾਰਾ ਤੇ ਹੁਕਮ ਤੇ ਪ੍ਰਸ਼ਾਦ ਵਰਤਾ ਕੇ ਫਿਰ ਸੰਗਤ ਆਪਣੇ ਘਰਾਂ ਨੂੰ ਆ ਜਾਂਦੀ ਹੈ। ਇਹ ਸਾਡਾ ਰੋਜ਼ਾਨਾ ਦਾ ਜਿਹੜਾ ਹੈਗਾ ਉਹ ਰੂਟੀਨ ਗੁਰਦੁਆਰੇ ਦੀ ਮਰਿਆਦਾ ਦਾ ਹੈਗਾ ਹੈ। ਸੋ ਇੱਥੋਂ ਤੱਕ ਅਸੀਂ ਨਾਮ ਬਾਣੀ ਦੇ ਅਭਿਆਸ ਦੇ ਵਿੱਚੋਂ ਜੋ ਹੈ ਉਹ ਰਹਿਤ ਮਰਿਆਦਾ ਦੀ ਵਿਚਾਰ ਕੀਤੀ ਹੈਗੀ ਹੈ। ਇਸ ਤੋਂ ਬਾਅਦ ਗੁਰਮਤ ਦੀ ਰਹਿਣੀ ਦਾ ਹੈਡਿੰਗ ਜਿਹੜਾ ਉਹ ਚੱਲੇਗਾ, ਉਹਦੀ ਵਿਚਾਰ ਚਰਚਾ ਅਸੀਂ ਨੈਕਸਟ ਪੀਰੀਅਡ ਵਿੱਚ ਕਰਾਂਗੇ। ਵੀਰ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਨੇ ਬੜੇ ਹੀ ਚੰਗੇ ਢੰਗ ਨਾਲ ਸਾਨੂੰ ਸਮਝਾਇਆ ਹੈਗਾ। ਸਾਡੇ ਵੀ ਜਿਹੜਾ ਹੈਗਾ ਇਹਨੂੰ ਆਪ ਜੀ ਦਾ ਸਮਝਾਉਣ ਦਾ ਜੋ ਤਰੀਕਾ ਹੈ, ਸਾਡੇ ਵੀ ਜਾਣਕਾਰੀ ਦੇ ਅੰਦਰ ਬਥੇਰੇ ਵਾਧਾ ਹੁੰਦਾ ਹੈ ਤੇ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਤੁਹਾਡੇ। ਕੱਲ ਫਿਰ ਇੱਕ ਅਸੀਂ ਨਵੇਂ ਸਵਾਲ ਦੇ ਨਾਲ ਆਪ ਜੀ ਨਾਲ ਰੂਬਰੂ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।